वाहिगुरु जी का खालसा वाहिगुरु जी की फतेह। गुरु प्यारी गुरु सवारी साध संगत जीओ। पिछली वीडियो विच असीं विचार कीती सी कि धर्म की है। अज असीं विचार करनी है कि धर्म दे चार पैर किहड़े हन। चार वर्ण एक वर्ण कराया। किवें गुरु नानक पातशाह जी महाराज ने चवां वर्णां तो एक वर्ण कर दिता। धर्म दे चार पैर किहड़े हन। किवें किवें धर्म दे चार पैर टुटे, किवें किवें टुटियां पैरां दा सहारा देण वास्ते इस धरती दे उत्ते कदे त्रेते दे अवतार, कदे द्वापर दे अवतार ते कदे कलयुग दे अवतार गुरु नानक साहब जी महाराज आए। सब तो पहलां असीं विचार करांगे कि धर्म दे किहड़े-किहड़े पैर सन ते कदों-कदों टुटे। इस देश दी धरती ते 712 ईस्वी दे विच सब तो पहला हमलावर मीर कासम चढ़ के आया, जिस नूं मुहम्मद बिन कासम भी आख्या जाता है। पर मैं एक कासम दी की गल करां। कदे मीर कासम, कदे गजनवी, कदे गौरी, कदे अहमद शाह अब्दाली ते कदे इत्थे अंग्रेज़ां ने सानूं बड़े ही लंबे समय तक गुलाम बना के रखिया। इत्थे दी इज्जत आबरू नूं गजनवी बाज़ारां अंदर टके टके दे भाव वेचिया जांदा रहा। अज भी उत्थे नारा चलदा है, गजनवी बाज़ार अंदर हिंदुस्तान नारी सस्ती ते मुर्गी महंगी दा नारा उत्थे अज भी चलिया करदा है। साडी इन्नी दुर्दशा सी। गुरु नानक साहब महाराज ने विचारिया कि की कारण है। एडे वड्डे चक्रवर्ती राजियां दी ये धरती है, पर ये सिर्फ ज़र जोरू ते जमीन वास्ते लड़िया करदे सन। ये वंडे गए हन आपस दे विच। ये वर्ण वंड असल दे विच बनाए गए सन गुरमुखो, इस सृष्टि नूं चलाउण वास्ते। पर इन्हां नूं असीं जात पात दा नाम दे दिता सी। मैं अगली वीडियो जिक्र करांगा कि ब्राह्मण किस नूं आख्या जांदा है। थोड़ा जिहा मैं हिंट दे दां। उस समय आख्या जांदा सी कि जे पिता ब्राह्मण है तो पुत्र भी ब्राह्मण करके पूजिया जाए। वो ब्राह्मणां दी कुल पै जांदी सी। कोई बहादुर सी वो खत्रियां दी कुल पै जांदी सी। पर गुरु ग्रंथ साहब महाराज ने मोहर लाई कि ब्राह्मण कौन है। ब्रह्म बिंदे जिसदा ब्रह्मत्र है, एक शब्द लिवलाए, नव निधि 18 सिद्धि पिछे लगियां फिरै, जो हर हिरदे सदा वसाए। जो ब्रह्म दी बंदगी करेगा उसे दा ही ब्राह्मण पुना सलामत रहेगा। नव निधि 18 सिद्धि पिछे लगियां फिरे, ਉਹਦੇ ਪਿੱਛੇ 9 ਨਿਧੀਆਂ 18 ਸਿੱਧੀਆਂ ਲੱਗੀਆਂ ਫਿਰਨਗੀਆਂ। ਜੋ ਹਰ ਹਿਰਦੇ ਸਦਾ ਵਸਾਏ, ਜੋ ਸਦਾ ਹਰੀ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਹੈ। ਸੋ ਗੁਰਮੁਖ ਪਿਆਰਿਓ, ਮੈਂ ਅੱਜ ਦੇ ਵਿਸ਼ੇ ਵੱਲ ਆਵਾਂ। ਚਾਰ ਪੈਰ ਧਰਮ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਧਰਮ ਦੇ ਚਾਰ ਪੈਰ ਕਿਹੜੇ ਹੁੰਦੇ ਹਨ, ਨਾਲ ਨਾਲ ਮੈਂ ਜ਼ਿਕਰ ਕਰੀ ਜਾਵਾਂਗਾ ਕਿ ਉਹ ਪੈਰ ਕਿਹੜਾ ਕਿਹੜਾ ਕਦੋਂ ਟੁੱਟਿਆ ਤੇ ਉਸ ਟੁੱਟੇ ਪੈਰ ਦਾ ਫਿਰ ਸਹਾਰਾ ਕਿਸ ਨੇ ਤੇ ਕਿਵੇਂ ਦਿੱਤਾ। ਸਭ ਤੋਂ ਪਹਿਲਾ ਧਰਮ ਦਾ ਪੈਰ ਹੁੰਦਾ ਰਾਜੇ, ਤੇ ਇਸ ਧਰਮ ਦੇ ਪੈਰ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ, ਰਾਜੇ ਪਾਪ ਕਮਾਵੰਦੇ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪੀ ਹੋ ਚੁੱਕੇ ਸਨ। ਜਿਵੇਂ ਵਾੜ ਲਗਾਈ ਜਾਂਦੀ ਖੇਤ ਨੂੰ ਬਚਾਉਣ ਵਾਸਤੇ ਤੇ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਇਸੇ ਤਰ੍ਹਾਂ ਰਾਜਿਆਂ ਨੂੰ ਅਸੀਂ ਚੁਣਦੇ ਹਾਂ ਆਪਣੀ ਰਕਸ਼ਾ ਵਾਸਤੇ, ਦੇਸ਼ ਦੀ ਉੱਨਤੀ ਵਾਸਤੇ, ਪਰ ਰਾਜੇ ਹੀ ਦੇਸ਼ ਨੂੰ ਵੇਚਣ ਲੱਗ ਪੈਣ, ਦੇਸ਼ ਨੂੰ ਲੁੱਟਣ ਲੱਗ ਪੈਣ, ਇੱਜ਼ਤ ਆਬਰੂ ਨੂੰ ਦਾਅ 'ਤੇ ਲਾ ਦੇਣ, ਤੇ ਫਿਰ ਭਾਈ ਗੁਰਦਾਸ ਜੀ ਆਖਦੇ ਇਵੇਂ ਹੈ ਜਿਵੇਂ ਉਲਟੀ ਵਾੜ ਖੇਤ ਕੋ ਖਾਈ। ਉਸ ਸਮੇਂ ਰਾਜਿਆਂ ਵਾਲਾ ਜਿਹੜਾ ਪਹਿਲਾ ਪੈਰ ਹੈ ਉਹ ਟੁੱਟ ਚੁੱਕਿਆ ਸੀ। ਸਤਯੁਗ ਦੇ ਅੰਦਰ ਧਰਮ ਚਾਰ ਪੈਰਾਂ 'ਤੇ ਖੜਾ ਸੀ। ਜਦੋਂ ਧਰਮ ਦਾ ਪਹਿਲਾ ਪੈਰ ਟੁੱਟਿਆ, ਰਾਜੇ ਜਿਹੜੇ ਸੀ ਉਹ ਪਾਪ ਕਮਾਉਣ ਲੱਗ ਪਏ ਸਨ ਪ੍ਰਜਾ 'ਤੇ। ਜਦੋਂ ਪ੍ਰਜਾ ਦੁਖੀ ਹੋਵੇ ਉਹ ਰਾਜੇ ਤੱਕ ਪਹੁੰਚ ਕਰਦੀ ਹੈ, ਅਤੇ ਜੇ ਰਾਜਾ ਹੀ ਪਾਪੀ ਹੋਵੇ ਤਾਂ ਪ੍ਰਜਾ ਫਿਰ ਕਿਹੜੇ ਪਾਸੇ ਜਾਏਗੀ। ਜਦੋਂ ਉਹ ਰਾਜਿਆਂ ਵਾਲਾ ਪੈਰ ਟੁੱਟ ਚੁੱਕਿਆ ਸੀ, ਰਾਜੇ ਪਾਪੀ ਹੋ ਚੁੱਕੇ ਸਨ, ਫਿਰ ਧਰਮ ਤ੍ਰੈ ਪੈਰ, ਤਿੰਨਾਂ ਪੈਰਾਂ 'ਤੇ ਖੜਾ ਸੀ ਤੇ ਯੁੱਗ ਆ ਗਿਆ ਤ੍ਰੇਤਾ। ਤੇ ਫਿਰ 14 ਕਲਾ ਸੰਪੂਰਨ ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਆਏ।
ਉਹਨਾਂ ਨੂੰ ਇਸ ਕਰਕੇ ਅਯੁੱਧਿਆ ਦੇ ਰਾਜੇ ਵੀ ਆਖਿਆ ਜਾਂਦਾ ਸੀ, ਕਿਉਂਕਿ ਉਹਨਾਂ ਨੇ ਰਾਜਿਆਂ ਵਾਲਾ ਨਿਆਂ ਦਿੱਤਾ। ਉਹ ਬੜੇ ਵੀਰ ਬਹਾਦਰ ਯੋਧੇ ਸਨ ਅਤੇ ਉਹਨਾਂ ਨੇ ਰਾਜਿਆਂ ਵਾਲੇ ਟੁੱਟੇ ਹੋਏ ਪੈਰ ਦਾ ਪ੍ਰਜਾ ਨੂੰ ਸਹਾਰਾ ਦਿੱਤਾ। ਸਮਾਂ ਆਪਣੀ ਰਫਤਾਰ ਚੱਲਦਾ ਗਿਆ। ਦੂਸਰਾ ਧਰਮ ਦਾ ਪੈਰ ਹੋਇਆ ਕਰਦਾ ਹੈ ਸੰਤ ਮਹਾਤਮਾ। ਇਹ ਵੀ ਕਈ ਕਿਸਮ ਦੇ ਹੁੰਦੇ ਹਨ। ਇੱਕ ਇਹ ਸੰਤ ਮਹਾਤਮਾ ਦਾ ਮੈਂ ਜ਼ਿਕਰ ਕਰ ਰਿਹਾ, ਜਿਹੜੇ ਸਿਰਫ ਅਤੇ ਸਿਰਫ ਜੰਗਲਾਂ 'ਚ ਰਹਿ ਕੇ, ਗੁਫਾਵਾਂ 'ਚ ਰਹਿ ਕੇ ਤਪੱਸਿਆ ਕਰਿਆ ਕਰਦੇ ਸਨ, ਜਿਸ ਦੇ ਨਾਲ ਪ੍ਰਜਾ ਦਾ ਕਲਿਆਣ ਹੋਇਆ ਕਰਦਾ ਸੀ। ਅਤੇ ਉਹਨਾਂ ਦੇ ਪ੍ਰਥਾਏ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੈ। ਗਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਏ ਨ ਤਗ, ਗਲ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨ ਆਖੀਨ, ਬਨਾਰਸ ਕੇ ਠੱਗ। ਉਹ ਜਿਹੜੇ ਸੰਤ ਮਹਾਤਮਾ ਸੀ, ਉਹਨਾਂ 3.5 ਗਜ ਦੀਆਂ ਧੋਤੀਆਂ ਪਾਈਆਂ ਸੀ, ਤੇਰੇ ਜਨੇਊ ਪਾਏ ਹੋਏ ਸਨ, ਗਲਾਂ ਦੇ ਵਿੱਚ ਵੱਡੀਆਂ ਵੱਡੀਆਂ ਜਪਮਾਲੀਆਂ ਮਾਲਾ ਸਨ, ਹੱਥਾਂ 'ਚ ਲੋਟੇ ਸਨ, ਧਰਮ ਦਾ ਚਿੰਨ੍ਹ ਕੇ ਸੀ ਧਰਮੀ ਹਾਂ। ਪਰ ਸਤਿਗੁਰੂ ਜੀ ਆਖਦੇ, ਓਏ ਹਰ ਕੇ ਸੰਤ ਨ ਆਖੀਨ, ਬਨਾਰਸ ਕੇ ਠੱਗ। ਮਾਫ਼ ਕਰਨਾ, ਅੱਜ ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ। ਉਸ ਸਮੇਂ ਜ਼ਿਆਦਾ ਠੱਗ ਬਨਾਰਸ 'ਚ ਪਾਏ ਜਾਂਦੇ ਸੀ। ਅੱਜ ਹਰ ਧਰਮ ਸਥਲ 'ਤੇ ਤੁਹਾਨੂੰ ਵੱਡੇ ਤੋਂ ਵੱਡੇ ਠੱਗ ਮਿਲ ਜਾਣਗੇ। ਜੇ ਠੱਗ ਨਹੀਂ ਗੁਰਮੁਖੋ, ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਜਿਹੜੀ ਪਈ ਗੋਲਕ ਹੈ ਨਾ, ਇਸ ਗੋਲਕ ਦੇ ਵਿੱਚੋਂ 5000 ਰੁਪਇਆ ਮੰਗਿਆ ਸੀ ਜ਼ਕਰੀਆ ਖਾਨ ਨੇ। ਪਰ ਭਾਈ ਮਨੀ ਸਿੰਘ ਜੀ ਨੇ ਆਖਿਆ 5000 ਨਹੀਂ ਦੇਵਾਂਗਾ, ਬੰਦ ਕਟਵਾ ਕੇ ਸ਼ਹੀਦ ਹੋ ਜਾਵਾਂਗਾ। ਜਦੋਂ ਸਿੱਖਾਂ ਨੇ ਆਖਿਆ, ਭਾਈ ਸਾਹਿਬ ਜੀ ਅਸੀਂ 5000 ਇਕੱਠਾ ਕਰਕੇ ਲੈ ਆਏ ਹਾਂ, ਤੁਹਾਨੂੰ ਬਚਾਇਆ ਜਾ ਸਕੇ, ਅਤੇ ਭਾਈ ਸਾਹਿਬ ਨੇ ਆਖਿਆ ਸੀ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ, ਪਇਓ ਜਗਤ ਕੋ ਸੋਕ, ਹੈ ਸਭ ਜਗ ਪਇਓ, ਜੈ 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 ਸੁਰਲੋਕ। ਮੇਰੇ ਗੁਰੂ ਪਿਤਾ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਿਰ ਦਾ ਠੀਕਰਾ ਜ਼ਾਲਮ ਸਰਕਾਰ ਦੇ ਸਿਰ ਫੋੜਿਆ, ਮੈਨੂੰ ਵੀ ਫੋੜ ਲੈਣ ਦਿਓ। ਭਾਈ ਸਾਹਿਬ ਤੁਸੀਂ ਕਥਾ ਬੜੀ ਵਧੀਆ ਕਰਦੇ ਹੋ। ਭਾਈ ਸਾਹਿਬ ਤੁਹਾਡਾ ਜੇ ਸਰੀਰ ਚੰਗਾ, ਭਾਵੇਂ 90 ਸਾਲ ਦੀ ਉਮਰ ਹੈ, ਕੁਝ ਸਮੇਂ ਵਾਸਤੇ ਹੋਰ ਪੰਥਕ ਸੇਵਾ ਲਈ ਜਾ ਸਕਦੀ ਹੈ। ਅਤੇ ਭਾਈ ਸਾਹਿਬ ਨੇ ਹੱਥ ਜੋੜ ਕੇ ਆਖਿਆ ਸੀ, ਦੇਹੀ ਕਿਸ ਕੀ ਬਾਪਰੀ, ਸਿੱਖੀ ਜੋ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਲੱਭੇ ਕਬ ਕੋਏ। ਤੁਸੀਂ ਹੁਣ ਫੈਸਲਾ ਆਪ ਕਰ ਲਿਓ ਕਿ ਇੱਕੋ ਹਰਿਮੰਦਰ ਸਾਹਿਬ ਦਾ ਗ੍ਰੰਥੀ ਆਖਦਾ, ਮੈਂ ਬੰਦ ਕਟਾਉਣਾ ਸਵੀਕਾਰ ਕਰਾਂਗਾ, ਗੁਰੂ ਕੀ ਗੋਲਕ 'ਚੋਂ 5000 ਰੁਪਇਆ ਨਹੀਂ ਦੇਵਾਂਗਾ। ਅਤੇ ਅੱਜ ਇੱਥੇ ਹਰ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਧਾਨ ਵਾਸਤੇ ਇਲੈਕਸ਼ਨਾਂ ਹੁੰਦੀਆਂ। ਮਾਫ਼ ਕਰਨਾ, ਧਰਮ ਸਥਲਾਂ ਦੀਆਂ ਇਲੈਕਸ਼ਨਾਂ ਵਾਸਤੇ ਨਸ਼ਿਆਂ ਦਾ ਵੀ ਸੇਵਨ ਕੀਤਾ ਜਾਂਦਾ ਹੈ, ਨਸ਼ੇ ਵੀ ਵਰਤਾਏ ਜਾਂਦੇ ਹਨ। ਜੇ ਸਾਨੂੰ ਕੋਈ ਲਾਲਚ ਨਹੀਂ, ਫਿਰ ਤਾਂ ਹੱਥ ਜੋੜ ਕੇ ਨਵਾਬ ਕਪੂਰ ਸਿੰਘ ਵਾਂਗੂ ਆਖੋ ਕਿ ਤੁਹਾਨੂੰ ਲੱਗਦਾ ਹੈ ਤੁਸੀਂ ਸੇਵਾ ਦੇਣੀ ਚਾਹੋ ਤੇ ਸਿਰ ਮੱਥੇ ਹੈ। ਪਰ ਸਾਡਾ ਇਤਿਹਾਸ ਹੈ, ਨਵਾਬ ਕਪੂਰ ਸਿੰਘ ਨੂੰ ਆਖਿਆ ਗਿਆ ਸੀ। ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਬੇਨਤੀ ਕਰਾਂ। ਜਦੋਂ ਲਾਹੌਰੋਂ ਨਵਾਬੀ ਆਈ ਸੀ ਨਾ, ਜ਼ਕਰੀਆ ਖਾਨ ਨੇ ਕਿਹਾ ਸੀ ਤੁਸੀਂ ਨਵਾਬੀ ਲੈ ਲਓ, 1.25 ਲੱਖ ਸਾਲਾਨਾ ਆਮਦਨੀ ਹੈ ਇਸ ਇਲਾਕੇ ਦੀ, ਇਹ ਤੁਹਾਨੂੰ ਮੈਂ ਦੇ ਦੇਣਾ ਨਵਾਬੀ, ਤੁਸੀਂ ਸਾਡੇ 'ਤੇ ਹਮਲੇ ਨਾ ਕਰੋ। ਅਤੇ ਸਿੱਖ ਆਗੂਆਂ ਨੇ ਆਖਿਆ ਸੀ ਨਵਾਬ ਸਿੰਘ ਨੂੰ ਦੇ ਦਿਓ। ਨਵਾਬ ਸਿੰਘ ਘੋੜਿਆਂ ਦੀ ਲਿੱਦ ਸੁੱਟਦਾ ਹੁੰਦਾ ਸੀ, ਖਰਖਰਾ ਮਾਰਦਾ ਹੁੰਦਾ ਸੀ। ਜਿਹੜਾ ਸਿੱਖ ਭੋਲਾ ਭਾਲਾ ਹੋਵੇ ਉਹਨੂੰ ਕਈ ਵਾਰ ਅਸੀਂ ਸਰਪੰਚ ਕਹਿਣ ਲੱਗ ਪੈਂਦੇ, ਕਈ ਵਾਰ ਥਾਣੇਦਾਰ ਆਖਣ ਲੱਗ ਪੈਂਦੇ। ਅਤੇ ਜਦੋਂ ਜਾ ਕੇ ਪਿੱਛੇ ਵਕੀਲ ਨੇ ਆਖਿਆ ਕਿ ਇੱਥੇ ਭਾਈ ਸਾਹਿਬ ਜੀ, ਭਾਈ ਕਪੂਰ ਸਿੰਘ ਜੀ ਨਵਾਬੀ ਆਈ ਤੁਹਾਡੇ ਵਾਸਤੇ, ਉਹਨਾਂ ਕਿਹਾ ਜੀ ਬੜੇ ਵੱਡੇ ਜਥੇਦਾਰ ਬੈਠੇ, ਉਹਨਾਂ ਨੂੰ ਨਵਾਬੀ ਦਿਓ। ਅਤੇ ਉਹ ਆਖਦੇ ਨਹੀਂ, ਇਹ ਸੰਗਤ ਦਾ ਹੁਕਮ ਹੈ, ਨਵਾਬੀ ਕਪੂਰ ਸਿੰਘ ਨੂੰ ਦੇਣੀ ਆ। ਅਤੇ ਹੱਥ ਜੋੜ ਕੇ ਆਖਿਆ ਖਾਲਸਾ ਜੀ ਨਵਾਬੀ ਲੈ ਲਈਏ, ਕਿਉਂਕਿ ਜਿੰਨਾ ਚਿਰ ਇਹ ਦੁਸ਼ਟ ਮੰਨੇਗਾ ਠੀਕ ਆ, ਉਹਨਾਂ ਚਿਰ 1.25 ਲੱਖ ਨਾਲ ਘੋੜੇ ਅਤੇ ਸ਼ਸਤਰ ਖਰੀਦ ਕੇ ਫੌਜ ਨੂੰ ਸਿੱਕੇਬੰਦ ਕਰਾਂਗੇ। ਜਦੋਂ ਨਹੀਂ ਮੰਨੇਗਾ ਇਹਦੇ ਮੱਥੇ ਮਾਰ ਕੇ ਫਿਰ ਜੰਗਲਾਂ ਦੇ ਵਿੱਚ ਆ ਜਾਵਾਂਗੇ। ਕਹਿਣ ਲੱਗੇ ਫਿਰ ਤੁਸੀਂ ਸਵੀਕਾਰ ਕਰ ਲਓ, ਤੁਸੀਂ ਨਵਾਬੀ ਲੈ ਲਓ। ਭਾਈ ਸਾਹਿਬ ਨੇ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਹੈ ਨਵਾਬੀ ਲੈਣ ਦੀ, ਨਵਾਬੀ ਤਾਂ ਸਵੀਕਾਰ ਕਰਾਂਗਾ ਮੇਰੇ ਤੋਂ ਘੋੜਿਆਂ ਦੀ ਲਿੱਦ ਸੁੱਟਣ ਦੀ ਅਤੇ ਖਰਖਰਾ ਮਾਰਨ ਦੀ ਸੇਵਾ ਨਾ ਲਈ ਜਾਏ।
दूसरी शर्त यह है नवाबी 5 ਪਿਆਰਿਆਂ ਦੇ ਚਰਨਾਂ ਨਾਲ ਸੁਹਾ ਕੇ ਮੇਰੇ ਸੀਸ 'ਤੇ ਲਾਈ ਜਾਵੇ। ਜਦੋਂ ਮੈਂ ਤਖਤ 'ਤੇ ਬਵਾਂ ਮੈਨੂੰ ਇਹ ਯਾਦ ਰਵੇ ਕਿ ਇਹ ਜਿਹੜੀ ਮੇਰੇ ਮੱਥੇ 'ਤੇ ਨਵਾਬੀ ਲੱਗੀ ਹੈ ਇਹ ਮੇਰੇ ਪੰਥ ਦੇ ਚਰਨਾਂ ਤੋਂ ਉੱਪਰ ਨਹੀਂ ਹੈ। ਇਹ ਇਤਿਹਾਸਕ ਸਰੋਤਾਂ ਨੂੰ ਵਾਚਣਾ ਬੜਾ ਜ਼ਰੂਰੀ ਹੈ। ਸੋ ਅੱਜ ਜੇ ਇੱਥੇ ਗੋਲਕਾਂ ਵਾਸਤੇ ਵੋਟਾਂ ਪੈਂਦੀਆਂ, ਗੋਲਕਾਂ ਵਾਸਤੇ ਅਸੀਂ ਰਿਸ਼ਵਤਾਂ ਦਿੰਦੇ ਹਾਂ ਕਿ ਮੈਨੂੰ ਪ੍ਰਧਾਨ ਚੁਣ ਲਓ। ਸੋ ਪਿਆਰਿਓ, ਜਿਵੇਂ ਸਤਿਗੁਰੂ ਜੀ ਆਖਦੇ ਹਨ, ਗੱਜ 3.5 ਤੈ ਧੋਤੀਆਂ ਤਿਹਰੇ ਪਾਏ ਨਿਤੱਗ, ਗਲ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਨ ਬਨਾਰਸ ਕੇ ਠੱਗ ਦੇ ਮਹਾਵਾਕਾਂ ਅਨੁਸਾਰ। ਗੁਰਮੁਖ ਪਿਆਰਿਓ, ਜਦੋਂ ਧਰਮ ਦਾ ਇਹ ਦੂਸਰਾ ਪੈਰ ਟੁੱਟ ਗਿਆ ਸੀ, ਸੰਤ ਮਹਾਤਮਾ ਜਿਹੜੇ ਇਹ ਵੀ ਨਿਆਂਕਾਰੀ ਨਹੀਂ ਰਹੇ ਸਨ। ਫਿਰ ਧਰਮ ਖੜਾ ਅੱਜ ਦੋ ਪੈਰਾਂ 'ਤੇ। ਯੁੱਗ ਆ ਗਿਆ ਦੁਆਪਰ। ਫਿਰ 16 ਕਲਾ ਸੰਪੂਰਨ ਸ੍ਰੀ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਆਏ। ਫਿਰ ਸਮਾਂ ਆਪਣੀ ਰਫਤਾਰ ਅੱਗੇ ਵੱਧਦਾ ਗਿਆ। ਫਿਰ ਧਰਮ ਦਾ ਇੱਕ ਤੀਸਰਾ ਪੈਰ ਹੁੰਦਾ ਗੁਰਮੁਖ ਪਿਆਰਿਓ। ਜਿਵੇਂ ਜਿਸ ਤਰ੍ਹਾਂ ਸੈਨਾ ਦੇ ਵਿੱਚ, ਆਰਮੀ ਦੇ ਵਿੱਚ ਪੰਡਤ ਜੀ, ਬਾਬਾ ਜੀ, ਮੌਲਵੀ, ਪਾਦਰੀ ਜੀ ਅਤੇ ਬੁੱਧਿਜ਼ਮ ਦੇ ਰਿਲੀਜੀਅਸ ਟੀਚਰ ਹੋਇਆ ਕਰਦੇ ਹਨ, ਇਸੇ ਤਰ੍ਹਾਂ ਉਸ ਸਮੇਂ ਵੀ ਹਾਕਮਾਂ ਦੇ ਨਾਲ ਕਾਜੀ, ਬ੍ਰਾਹਮਣ ਅਤੇ ਪੰਡਤ ਹੋਇਆ ਕਰਦੇ ਸਨ। ਸਾਰੇ ਹੀ ਧਰਮ ਦੇ ਆਗੂ ਹੋਇਆ ਕਰਦੇ ਸਨ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵੀ ਫਕੀਰ ਅਜ਼ੀਜ਼ੁਦੀਨ ਵਗੈਰਾ ਹੋਇਆ ਕਰਦੇ ਸਨ। ਇਸੇ ਤਰ੍ਹਾਂ ਜਦੋਂ ਕਿਤੇ ਜ਼ਰੂਰਤ ਪੈਂਦੀ ਸੀ, ਨਿਆਂ ਦੀ ਕੜੀ ਅਨਿਆਂ ਵੱਲ ਜਾਂਦੀ ਸੀ, ਉਦੋਂ ਧਰਮ ਦੇ ਆਗੂ ਦਾ ਫਰਜ਼ ਬਣਦਾ ਸੀ ਉਹ ਡਟ ਕੇ ਖੜ੍ਹ ਜਾਂਦੇ ਸਨ ਕਿ ਨਹੀਂ, ਇਹ ਧਰਮ ਦੀ ਮਰਜ਼ਾਦਾ ਦੇ ਉਲਟ ਹੈ, ਇਹ ਕਿਸੇ ਨਾਲ ਅਨਿਆਂ ਹੋ ਰਿਹਾ ਹੈ। ਪਰ ਜਦੋਂ ਇਹ ਧਰਮ ਦਾ ਤੀਸਰਾ ਪੈਰ ਜਿਹੜਾ ਨਾ ਇਹ ਵੀ ਟੁੱਟ ਗਿਆ ਸੀ, ਇਹ ਧਰਮ ਦੇ ਤੀਸਰੇ ਪੈਰ ਦੇ ਵਿੱਚ 3 ਕਿਸਮ ਦੇ ਲੋਕ ਉਸ ਸਮੇਂ ਆਇਆ ਕਰਦੇ ਸਨ, ਕਾਜ਼ੀ, ਬ੍ਰਾਹਮਣ ਅਤੇ ਜੋਗੀ। ਤਿੰਨਾਂ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਦੇ ਹਨ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੋਂ ਉਜਾੜੇ ਕਾ ਬੰਦ। ਜੋਗੀ ਕੌਣ ਹੈ? ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦ ਦੀ ਏਕੋ ਜਾਣੈ। ਕਾਜੀ ਕੌਣ ਹੈ? ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਤ ਮਰੇ। ਤੇ ਬ੍ਰਾਹਮਣ ਕੌਣ ਹੈ? ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੇ। ਤੇ ਉਸ ਸਮੇਂ ਜਿਹੜੇ ਇਹ ਧਰਮ ਦੇ ਆਗੂ ਸਨ, ਇਹਨਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ। ਭਾਈ ਸਾਹਿਬ ਆਖਦੇ, ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਮੈਂ ਆਪ ਜੀ ਨੂੰ ਇੱਕ ਇਹਦੀ ਪ੍ਰਤੱਖ ਉਦਾਹਰਨ ਦਿਆਂ। ਕੁਰਾਨ ਦੇ ਪਹਿਲੇ ਪੰਨੇ 'ਤੇ ਜ਼ਿਕਰ ਆਉਂਦਾ ਹੈ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ 'ਤੇ ਜ਼ੁਲਮ ਕਰਨਾ ਬੱਜਰ ਪਾਪ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚੇ 'ਤੇ ਕੋਈ ਫਤਵਾ ਨਹੀਂ ਦਿੱਤਾ ਜਾ ਸਕਦਾ। ਪਰ ਇਸਲਾਮ ਨੂੰ ਮੈਂ ਇਹ ਨਹੀਂ ਕਹਿ ਸਕਦਾ ਮੰਨਣ ਵਾਲੇ ਉਸ ਸਮੇਂ ਦੇ ਹਾਕਮਾਂ ਨੇ, ਧਰਮ ਕੋਈ ਮਾੜਾ ਨਹੀਂ ਹੁੰਦਾ, ਧਰਮ ਦੇ ਵਿੱਚ ਕੋਈ ਇਨਸਾਨ ਮਾੜੇ ਹੋ ਸਕਦੇ ਹਨ। ਜੇ ਅਸੀਂ ਕਹਾਂਗੇ ਮੁਸਲਮਾਨ ਮਾੜੇ ਨਹੀਂ, ਗਨੀ ਖਾਂ ਅਤੇ ਨਬੀ ਖਾਨ ਵੀ ਮੁਸਲਮਾਨ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇਹ ਮੇਰੇ ਖਾਸ ਫਰਜ਼ੰਦ ਹਨ। ਬਾਬੇ ਨਾਨਕ ਪਾਤਸ਼ਾਹ ਦੇ ਨਾਲ ਵੀ ਮੁਸਲਮਾਨ ਰਹੇ। ਸਾਈਂ ਮੀਆਂ ਮੀਰ ਜੀ ਵੀ ਮੁਸਲਮਾਨ ਸਨ। ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਸਨ, ਜਿਨ੍ਹਾਂ ਦੇ 2 ਪੁੱਤਰ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋਏ ਹਨ। ਪੀਰ ਭੀਖਣ ਸ਼ਾਹ ਵੀ ਮੁਸਲਮਾਨ ਹਨ। ਪਰ ਅਸਲ ਦੇ ਵਿੱਚ ਆਖਦੇ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ। ਹਾਕਮ ਸਿਰਫ ਜਨਤਾ ਨੂੰ ਵਰਗਲਾਉਣ ਵਾਸਤੇ ਧਰਮ ਦਾ ਦਿਖਾਵਾ ਕਰਿਆ ਕਰਦੇ ਹਨ। ਅਤੇ ਉਸ ਸਮੇਂ ਗੁਰਮੁਖ ਪਿਆਰਿਓ, ਜਦੋਂ ਇਹ ਜਿਹੜਾ ਧਰਮ ਦਾ ਪੈਰ ਸੀ ਇਹ ਵੀ ਟੁੱਟ ਗਿਆ। ਮੈਂ ਜ਼ਿਕਰ ਕਰ ਰਿਹਾ ਸੀ ਕਿ ਕਾਜੀ ਕਿਵੇਂ ਰਿਸ਼ਵਤੀ ਹੋ ਚੁੱਕੇ ਸਨ। ਕਾਜ਼ੀਆਂ ਨੇ ਰਿਸ਼ਵਤ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਲਾ ਦਿੱਤਾ। ਜਦੋਂ ਇਹ ਧਰਮ ਦਾ ਪੈਰ ਵੀ ਟੁੱਟ ਚੁੱਕਾ ਸੀ ਅਤੇ ਅੱਜ ਧਰਮ ਰਹਿ ਗਿਆ ਖੜਾ ਇੱਕ ਪੈਰ 'ਤੇ। ਅੱਜ ਕੱਲ੍ਹ ਦਾ ਯੁੱਗ ਆ ਗਿਆ, ਜਦੋਂ ਕੋਈ ਵੀ ਸਹਾਰਾ ਨਾ ਹੋਵੇ, ਉਸ ਸਮੇਂ ਫਿਰ ਕਰਲਾਉਂਦਾ ਹੋਇਆ ਇਨਸਾਨ ਫਿਰ ਕਿੱਥੇ ਜਾਂਦਾ ਹੈ? ਦੁੱਖ ਦਾਰੂ ਸੁੱਖ ਰੋਗ ਪਿਆ।
ਹੁਣ ਦੁੱਖ ਨੂੰ दारू ਸਤਿਗੁਰੂ ਨੇ ਆਖਿਆ ਹੈ। दारू ਉਸ ਨੂੰ ਆਖਿਆ ਜਾਂਦਾ ਜੋ ਕਿਸੇ ਬਿਮਾਰੀ ਦਾ ਇਲਾਜ ਕਰਦਾ ਹੋਵੇ। ਹੁਣ ਦੁੱਖ ਕਿਹੜੀ ਬਿਮਾਰੀ ਦਾ ਇਲਾਜ ਕਰਦਾ? ਸੁੱਖ ਰੋਗ ਪਿਆ, ਸੁੱਖ ਨੂੰ ਸਤਿਗੁਰੂ ਮਹਾਰਾਜ ਜੀ ਨੇ ਰੋਗ ਦੱਸਿਆ ਹੈ। ਮੈਂ ਫਿਰ ਕਿਤੇ ਕਿਸੇ ਅਗਲੀ ਵੀਡੀਓ ਵਿੱਚ ਜ਼ਿਕਰ ਕਰਾਂਗਾ ਦੁੱਖ दारू ਕਿਵੇਂ ਹੈ ਅਤੇ ਸੁੱਖ ਰੋਗ ਕਿਵੇਂ ਹੈ, ਕਿਉਂਕਿ ਦੁੱਖ ਸਭ ਤੋਂ ਵੱਡੀ ਬਿਮਾਰੀ ਦਾ ਇਲਾਜ ਅਸਲ 'ਚ ਕਰਦਾ ਅਤੇ ਗੁਰਮੁਖ ਪਿਆਰਿਓ ਦੁੱਖ ਹੀ ਕਰਦਾ ਹੈ। ਫਿਰ ਜਦੋਂ ਕੋਈ ਸਹਾਰਾ ਨਾ ਹੋਵੇ, ਬੰਦਾ ਦੁਖੀ ਹੋਵੇ, ਫਿਰ ਜਾ ਕੇ ਧਰਮ ਸਥਾਨਾਂ 'ਤੇ ਨੱਕ ਰਗੜਦਾ ਹੈ ਕਿ ਇੱਥੋਂ ਹੀ ਅਕਾਲ ਪੁਰਖ ਪ੍ਰਗਟ ਹੋ ਜਾਵੇ, ਇੱਥੇ ਹੀ ਪਰਮਾਤਮਾ ਹਾਜ਼ਰ ਹੋ ਜਾਵੇ ਅਤੇ ਮੇਰਾ ਨਿਵਾਰਨ ਕਰ ਦੇਵੇ। ਅਤੇ ਉਸ ਸਮੇਂ ਦੇ ਧਰਮ ਸਥਾਨਾਂ ਦੇ ਹਾਲਾਤ ਕਿਹੋ ਜਿਹੇ ਸਨ? ਗੁਰੂ ਬਾਬੇ ਦੀ ਬਾਣੀ ਨੇ ਸਾਨੂੰ ਸਮਝਾਇਆ ਹੈ, ਕਾਲ ਨਾਹੀਂ ਜੋਗ ਨਾਹੀਂ ਸਤ ਕਾ ਢਬ, ਥਾਨ ਸਟ ਜਗ ਭ੍ਰਿਸ਼ਟ ਹੋਏ ਡੂਬਤਾ ਇਮ ਜਗ। ਧਰਮ ਸਥਾਨ ਵੀ ਉਸ ਸਮੇਂ ਭ੍ਰਿਸ਼ਟ ਹੋ ਚੁੱਕੇ ਸਨ, ਇਹ ਜੱਗ ਡੁੱਬਣ ਲੱਗਿਆ ਸੀ। ਮੈਂ ਪ੍ਰਤੱਖ ਉਦਾਹਰਣ ਤੁਹਾਨੂੰ ਦੇਵਾਂ, ਜਦੋਂ ਮਹਾਨ ਧੰਨ ਰਹਿਣੂ ਸੀ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ, ਅਤੇ ਉੱਥੇ ਉਹ ਕਿਸ ਤਰ੍ਹਾਂ ਆਈ ਸੰਗਤ ਦੀ ਬੇਪਤੀ ਕਰਿਆ ਕਰਦਾ ਸੀ, ਬੇਇੱਜ਼ਤੀ ਕਰਿਆ ਕਰਦਾ ਸੀ। ਸੋ ਇਸੇ ਤਰ੍ਹਾਂ ਉਸ ਸਮੇਂ ਦੇ ਵੀ ਹਾਲਾਤ ਕੁਛ ਐਸੇ ਸਨ। ਅਤੇ ਜਦੋਂ ਧਰਮ ਦਾ ਇੱਕੋ ਪੈਰ 'ਤੇ ਧਰਮ ਖੜਾ ਹੈ ਅਤੇ ਉਹ ਵੀ ਪੈਰ ਜਦੋਂ ਡੱਗ ਮਗਾਉਣ ਲੱਗਿਆ, ਫਿਰ ਅਨੰਤ ਕਲਾਂ ਲੈ ਠਾਕਰ ਚੜ੍ਹਿਆ। ਫਿਰ ਬੇਅੰਤ ਕਲਾਂ ਲੈ ਕਰਕੇ ਉਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਆਪ ਇਸ ਸੰਸਾਰ 'ਤੇ ਆਪ ਇਸ ਧਰਤੀ 'ਤੇ ਆਏ, ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰ ਐਮਨਾਬਾਦ 'ਤੇ ਚੜ੍ਹ ਕੇ ਆਏ ਬਾਬਰ ਨੂੰ ਜਾਬਰ ਅਤੇ ਉਸ ਨੂੰ ਮੁਕੱਦਮਸ਼ੀ ਕੁੱਤੇ ਕਹਿ ਕੇ ਵੰਗਾਰਾਂ ਪਾਈਆਂ। ਇਸ ਦੀ ਬਦੌਲਤ ਮੇਰੇ ਬਾਬੇ ਨਾਨਕ ਪਾਤਸ਼ਾਹ ਜੀ ਨੂੰ ਬਾਬਰ ਦੀਆਂ ਜੇਲ੍ਹਾਂ ਵਿੱਚ ਚੱਕੀਆਂ ਵੀ ਪੀਸਣੀਆਂ ਪਈਆਂ। ਉਹਨਾਂ ਚੱਕੀਆਂ 'ਚ ਬਾਬੇ ਨੇ ਸਾਡੇ ਦਿਲਾਂ ਦੀ ਕਾਇਰਤਾ ਨੂੰ ਪੀਹ ਕੇ ਰੱਖ ਦਿੱਤਾ ਅਤੇ ਫਰਮਾਇਆ, ਜੇ ਜੀਵੇ ਪਤ ਲੱਥੀ ਜਾਏ, ਸਭੋ ਹਰਾਮ ਜੇਤਾ ਕਿਛ ਖਾਏ। ਜੇ ਇੱਜ਼ਤ ਪਤ ਲਵਾ ਕੇ ਜੀਵਿਆ ਅਤੇ ਖਾਧਾ ਪੀਤਾ ਤੁਹਾਡਾ ਸਾਰਾ ਦਾ ਸਾਰਾ ਹਰਾਮ ਹੋਵੇਗਾ। ਸੋ ਬਾਬੇ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸਾਡੇ ਅੰਦਰ ਸੂਰਬੀਰਤਾ ਦੀ ਗੁੜਤੀ ਦਿੱਤੀ। ਜਿੱਥੇ ਬਾਬੇ ਨੇ ਇਨਕਲਾਬ ਵਾਸਤੇ ਬਾਬਰ ਨੂੰ ਜਾਬਰ ਆਖਿਆ, ਉੱਥੇ ਬਾਬੇ ਦਾ ਗੱਦੀ ਨਸ਼ੀਨ ਭਾਈ ਲਹਿਣਾ ਚੜ੍ਹ ਕੇ ਆਏ ਹਿਮਾਜੂ ਨੂੰ ਵੰਗਾਰਦਾ ਹੈ, ਹਿਮਾਜੂ ਇਹ ਤੇਰੀ ਕਿਰਪਾਨ ਭਗਤਾਂ ਤੇ ਰੱਬ ਦਿਆਂ ਬੰਦਿਆਂ 'ਤੇ ਉੱਠਦੀ ਹੈ, ਇਹ ਸ਼ੇਰਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ। ਫਿਰ ਕਿਤੇ ਸਮਾਂ ਮਿਲਿਆ ਅਤੇ ਗੁਰਮੁਖ ਪਿਆਰਿਓ ਵਿਚਾਰ ਕਰਾਂਗੇ ਕਿ 10 ਪਾਤਸ਼ਾਹੀਆਂ ਕੋਈ ਅਲੱਗ ਨਹੀਂ। ਅੱਜ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੇ ਸਰੂਪ ਹਨ। ਕਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਇਨਕਲਾਬ ਦਾ ਰੰਗ ਭਰਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਹੁਕਮ ਮੰਨਣ ਦਾ ਰੰਗ ਭਰਿਆ, ਗੁਰੂ ਅਮਰਦਾਸ ਪਾਤਸ਼ਾਹ ਨੇ ਇਸੇ ਖਾਕੇ 'ਚ ਸੇਵਾ ਦਾ ਰੰਗ ਭਰਿਆ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਨੇ ਇਸੇ ਖਾਕੇ 'ਚ ਨਿਮਰਤਾ ਦਾ ਰੰਗ ਭਰਿਆ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਤੇ ਸਭ ਤੋਂ ਵੱਡੀ ਦੇਣ ਜੋ ਸਤਿਗੁਰੂ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਅਤੇ ਸਭ ਤੋਂ ਵੱਡੀ ਇੱਕ ਹੋਰ ਦੇਣ ਜਿਹੜਾ ਇਸ ਖਾਕੇ ਦੇ ਵਿੱਚ ਸ਼ਹੀਦੀ ਦਾ ਰੰਗ ਭਰਿਆ। ਫਰਮਾਇਆ ਕਿ ਜੇ ਇਹ ਜ਼ੁਲਮ ਇੰਨਾ ਵੱਧ ਜਾਵੇ ਅਤੇ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਤੋਂ ਵੀ ਸਿੱਖ ਨੂੰ ਸੰਕੋਚ ਨਹੀਂ ਕਰਨਾ ਚਾਹੀਦਾ। ਫਿਰ 6ਵੀਂ ਪਾਤਸ਼ਾਹੀ ਨੇ ਇਸੇ ਖਾਕੇ 'ਚ ਰੰਗ ਭਰਿਆ ਕਿ ਜੇ ਕਿਸੇ ਮਹਾਂਪੁਰਸ਼ ਦੇ ਕੁਰਬਾਨੀ ਦਿੱਤਿਆਂ ਵੀ ਇਹ ਪਾਪਾਂ ਦਾ ਇਹ ਜ਼ੁਲਮਾਂ ਦਾ ਘੜਾ ਇਹਨਾਂ ਦੁਸ਼ਟਾਂ ਦਾ ਨਾ ਭਰੇ, ਫਿਰ ਤੀਰ ਕਮਾਨ 'ਤੇ ਹੱਥ ਜਾਣਾ ਜਾਇਜ਼ ਹੈ, ਫਿਰ ਕਿਰਪਾਨ ਦੀ ਮੁੱਠੀ 'ਤੇ ਹੱਥ ਜਾਣਾ ਜਾਇਜ਼ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੂਰਬੀਰਤਾ ਦੀ ਗੁੜਤੀ ਦਿੱਤੀ ਅਤੇ 7ਵੀਂ ਪਾਤਸ਼ਾਹੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਕੋਮਲਤਾ ਦਾ ਅਤੇ ਤਿਆਗਤਾ ਦਾ 2 ਰੰਗ ਭਰੇ। ਬਾਲ ਅਵਸਥਾ 'ਚ ਜਦੋਂ ਬਾਗ 'ਚ ਤੁਰੇ ਜਾਂਦੇ ਸੀ, ਦਾਦੇ ਦੇ ਪਿੱਛੇ ਜਾ ਰਹੇ ਸਨ, ਇੱਕ ਫੁੱਲ ਟੁੱਟ ਗਿਆ ਅਤੇ ਇੰਨਾ ਹਿਰਦਾ ਪਿਘਲ ਗਿਆ ਕਿ ਦਾਦਾ ਜੀ ਇਸ ਫੁੱਲ ਨੇ ਕਾਇਨਾਤ ਨੂੰ ਸੁੰਦਰ ਬਣਾਇਆ ਸੀ। ਕਈ ਭੋਰੇ ਸੁਗੰਧੀਆਂ ਲੈਂਦੇ ਸਨ, ਸਾਡੇ ਚੋਲੇ ਨਾਲ ਅਟਕ ਕੇ ਫੁੱਲ ਟੁੱਟ ਗਿਆ ਅਤੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ, ਲਾਲ ਜੀ ਜੇ ਵੱਡਾ ਚੋਲਾ ਪਹਿਨਣਾ ਅਤੇ ਸੰਭਾਲਣ ਦੀ ਸਮਰੱਥਾ ਵੀ ਵੱਡੀ ਰੱਖਣੀ ਹੈ,
ਭਾਵ ਅਰਥ ਇੱਥੇ ਇਕੱਲਾ ਚੋਲੇ ਤੋਂ ਨਹੀਂ ਸੀ, ਭਾਵ ਅਰਥ ਸੀ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਕੋਲੋਂ ਬੜੀਆਂ ਵੱਡੀਆਂ ਫੌਜਾਂ ਹੋਣਗੀਆਂ, 2200 ਘੋੜਸਵਾਰ ਹੋਣਗੇ। ਇਹ ਨਹੀਂ ਕਦੇ ਇਸ ਰਾਜੇ 'ਤੇ ਹਮਲਾ, ਕਦੇ ਉਸ ਰਾਜੇ 'ਤੇ ਹਮਲਾ। ਸਿੱਖ ਨੇ ਹਮੇਸ਼ਾ ਡਿਫੈਂਸ ਦਾ ਰੁਖ ਅਪਣਾਉਣਾ ਹੈ, ਪਰ ਜੇ ਕੋਈ ਆਇਆ ਚੜ੍ਹ ਕੇ ਹਮਲਾਵਰ ਜਰਵਾਣਾ ਤੇ ਫਿਰ ਉਸ ਦਾ ਮੁਕਾਬਲਾ ਕਰਨਾ ਹੈ। ਅੱਜ ਸਾਡੇ ਨਿਹੰਗ ਸਿੰਘ ਸ਼ਸਤਰ ਰੱਖਦੇ ਹਨ, ਉਹ ਸਿਰਫ ਆਪਣੇ ਡਿਫੈਂਸ ਵਾਸਤੇ ਰੱਖਦੇ ਹਨ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ, ਸ਼ਸਤਰਹੀਨ ਇਹ ਕਬੂ ਨਾ ਹੋਈ, ਸ਼ਸਤਰਹੀਨ ਨਰ ਭੇਡ ਜਾਨੰ। ਤੇ ਤੁਸੀਂ ਜਾਣ ਸਕਦੇ ਹੋ ਜਦੋਂ ਸ਼ਸਤਰਹੀਨ ਸਾਂ ਕਿਵੇਂ ਭੇਡਾਂ ਵਾਂਗ ਮਾਰਿਆ ਗਿਆ, ਕਿਤੇ ਗਲਾਂ 'ਚ ਟਹਿਰ ਪਾ ਕੇ ਸਾੜਿਆ ਗਿਆ। ਪਰ ਜੇ ਅਸੀਂ ਸ਼ਸਤਰਧਾਰੀ ਹੁੰਦੇ ਤੇ ਸਾਡੀ ਇਸ ਤਰ੍ਹਾਂ ਗੁਰਮੁਖ ਪਿਆਰਿਓ ਦੁਰਦਸ਼ਾ ਨਾ ਹੁੰਦੀ ਕਦੇ ਵੀ। ਅੱਜ ਸਾਡੇ ਕਿਸਾਨ ਵੀਰ ਵੀ ਡਿਫੈਂਸ ਦੇ ਰੁਖ ਦੇ ਵਿੱਚ ਬੈਠੇ ਹੋਏ ਹਨ। ਸੱਤਵੀਂ ਪਾਤਸ਼ਾਹੀ ਨੇ ਇਹ ਦੋ ਰੰਗ ਭਰੇ, ਕੋਮਲਤਾ ਦਾ ਤੇ ਤਿਆਗਤਾ ਦਾ। ਅੱਠਵੀਂ ਪਾਤਸ਼ਾਹੀ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਇਹ ਸਿੱਧ ਕਰ ਦਿੱਤਾ, ਅਮੀਰੀ ਸਾਲਾਂ ਨਾਲ ਨਹੀਂ, ਇਹ ਗੁਰੂ ਦੀ ਕਿਰਪਾ ਹੈ। ਇਹ ਕਿਸੇ ਅਵਸਥਾ ਕਿਸੇ ਉਮਰ ਦੇ ਵਿੱਚ ਵੀ ਹੋ ਸਕਦੀ ਹੈ। 2 ਘੜੀਆਂ ਆ ਕੇ ਜ਼ਾਲਮ ਖੜਾ ਰਿਹਾ ਬੰਗਲਾ ਸਾਹਿਬ ਦੇ ਦਰਵਾਜ਼ੇ 'ਤੇ ਕਿ ਮੈਂ ਦਰਸ਼ਨ ਕਰਨੇ। ਸਤਿਗੁਰ ਨੇ ਕਿਹਾ ਨੈ ਮਲੇਸ਼ ਕੋ ਦਰਸ ਦੇ ਹੈ, ਅਸੀਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਖਾਕੇ 'ਚ ਰੰਗ ਭਰਿਆ ਕਿ ਸੱਚ ਦੀ ਆਵਾਜ਼ ਆਪਣਿਆਂ ਵਾਸਤੇ ਨਹੀਂ, ਜੋ ਵੀ ਕੋਈ ਦਰ 'ਤੇ ਆ ਜਾਵੇ ਉਹਨਾਂ ਵਾਸਤੇ ਵੀ ਆਵਾਜ਼ ਉਠਾਈਏ ਤੇ ਕਦੇ ਵੀ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਾ ਕਰੀਏ। ਤੇ 10ਵੀਂ ਪਾਤਸ਼ਾਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਤੇ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਕਵੀ ਸੰਤੋਖ ਸਿੰਘ ਜੀ ਆਖਦੇ ਹਨ, ਸ਼ਾਹੇ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ ਹੋਵਤੀ ਕੁਚੇਲ ਤੱਕ ਤੇ ਬਨ ਕੁਰਾਨ ਕੀ, ਦੇਵੀ ਦੇਹਰੇ ਸੰਤੋਖ ਸਿੰਘਾ ਮਿਟ ਜਾਤੇ ਕਥਾ ਮਿਟ ਜਾਤੀ ਵੇਦ ਪੁਰਾਣ ਕੀ, ਜੋ ਪੇ ਗੁਰੂ ਗੋਬਿੰਦ ਸਿੰਘ ਪਰਮ ਸੂਰ ਮੂਰਤ ਨਾ ਹੋਤੀ ਉਸ ਕਰਨਾ ਨਦਾਨ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ 'ਤੇ ਨਾ ਹੁੰਦੇ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਮੈਂ ਬਾਤ ਕਰੂੰ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਅੱਜ ਸੁਨਤ ਹੋਤੀ ਸਭ ਕੀ। ਸੋ ਗੁਰਮੁਖ ਪਿਆਰਿਓ, ਇੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 4 ਵਰਨ 1 ਵਰਨ ਕਰਾਇਆ। ਜਦੋਂ ਇਹ ਧਰਮ ਦਾ ਚੌਥਾ ਪੈਰ ਵੀ ਟੁੱਟ ਗਿਆ ਸੀ, ਫਿਰ ਆਨੰਦ ਕਲਾਂ ਲੈ ਠਾਕਰ ਚੜ੍ਹਿਆ। ਫਿਰ ਗੁਰੂ ਨਾਨਕ ਸਾਹਿਬ ਨੇ 4 ਵਰਨ 1 ਵਰਨ ਕਿਵੇਂ ਕਰਾਇਆ? ਸਤਿਗੁਰ ਨੇ ਫਰਮਾਇਆ ਕਿ ਪਿਆਰਿਓ, ਬ੍ਰਾਹਮਣ ਉਹ ਹੈ ਜੋ ਬ੍ਰਾਹਮਣ ਦੀ ਬੰਦਗੀ ਕਰਦਾ ਹੈ। ਤੇ ਇੱਥੇ ਜਦੋਂ ਸ਼ਾਂਤਮਈ ਸਮਾਂ ਹੈ ਉਦੋਂ ਸਾਰੇ ਹੀ ਬੰਦਗੀ ਕਰਿਆ ਕਰੋ। ਜੇ ਅੱਜ ਇੱਕ ਕਿਸਾਨ ਦੇ 4 ਪੁੱਤਰ ਹੋਣ, ਉਹ ਆਖੇਗਾ ਕਿ ਦੁਸ਼ਮਣ ਚੜ੍ਹ ਕੇ ਆਏਗਾ ਤੇ 2 ਨੰਬਰ ਵਾਲਾ ਮੁਕਾਬਲਾ ਕਰੇਗਾ, ਭਜਨ ਬੰਦਗੀ ਵੱਡਾ ਹੀ ਪੁੱਤਰ ਕਰੇਗਾ। ਤੇ ਇਸ ਤਰ੍ਹਾਂ ਕਰਕੇ ਜੇ ਦੁਸ਼ਮਣ ਚੜ੍ਹ ਕੇ ਆਏਗਾ ਉਹ ਇਕੱਲਾ ਸ਼ਾਇਦ ਨਾ ਜਿੱਤ ਸਕੇ, ਜੇ ਚਾਰੇ ਇਕੱਠੇ ਹੋ ਕੇ ਹਮਲਾ ਮਾਰਨਗੇ ਤੇ ਉਹ ਦੇਸ਼ ਨੂੰ ਬਚਾ ਸਕਣਗੇ, ਜਿੱਤ ਸਕਣਗੇ। ਗੁਰੂ ਨਾਨਕ ਸਾਹਿਬ ਨੇ ਜਿਸ ਸਾਬਤ ਸੂਰਤ ਮਰਦ ਦਾ ਖਾਕਾ ਆਪਣੇ ਹਿਰਦੇ 'ਚ ਬਣਾਇਆ ਸੀ, ਜੋ ਇੱਥੋਂ ਦੀ ਸੰਸਕ੍ਰਿਤੀ ਨੂੰ ਬਚਾ ਸਕਦਾ ਹੋਵੇ, ਜੋ ਬੰਦ ਕਟਵਾ ਟੁਕੜਿਆਂ 'ਚੋਂ ਸੁਖਮਣੀ ਸਾਹਿਬ ਗਾ ਸਕਦਾ ਹੋਵੇ, ਕਟੇ ਸੀਸ ਨੂੰ ਤਲੀ ਟਿਕਾ ਮੀਲਾਂ ਤੱਕ ਖੰਡਾ ਵਾਹ ਸਕਦਾ ਹੋਵੇ, ਐਸੇ ਸਾਬਤ ਸੂਰਤ ਮਰਦ ਦਾ ਖਾਕਾ ਗੁਰੂ ਨਾਨਕ ਸਾਹਿਬ ਨੇ ਆਪਣੇ ਹਿਰਦੇ 'ਚ ਬਣਾਇਆ। ਜਾਣ ਲਿਆ ਕਿ ਇਸ ਨੂੰ ਪੂਰਿਆਂ ਕਰਨਾ ਹੈ। ਇਸ ਨੂੰ ਸੰਪੂਰਨ ਰੂਪ ਦੇਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ 230 ਸਾਲ ਦਾ ਸਮਾਂ ਲੱਗਿਆ। ਮੈਂ ਆਪਣੇ ਵਿਸ਼ੇ ਵੱਲ ਵਾਪਸ ਆਵਾਂ। 4 ਵਰਨ 1 ਵਰਨ ਕਰਾਇਆ। ਗੁਰੂ ਨਾਨਕ ਸਾਹਿਬ ਨੇ ਕਲਪਨਾ ਕੀਤੀ ਸੀ, ਜਿਸ ਮੈਂ ਸਾਬਤ ਸੂਰਤ ਮਰਦ ਦੀ ਸਿਰਜਣਾ ਕਰਾਂਗਾ ਉਹਦੇ ਵਿੱਚ 4 ਵਰਨਾਂ ਦਾ ਸਮੇਲ ਹੋਏਗਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਇੱਕੇ ਤਰੀਕੇ ਨਾਲ ਸਾਰੇ ਪੁਰਖ ਪੈਦਾ ਹੁੰਦੇ ਹਨ, ਸਾਰੇ ਜੀਵ, ਤੇ ਸਾਰਿਆਂ ਵਾਸਤੇ ਅਕਾਲ ਪੁਰਖ ਦਾ ਉਪਦੇਸ਼ ਸਾਂਝਾ ਹੈ। ਤੇ ਸਤਿਗੁਰ ਨੇ ਜੋ ਮਰਦ ਦੀ ਸਿਰਜਣਾ ਕੀਤੀ, ਅੱਜ ਜਦੋਂ ਸਿੱਖ ਬ੍ਰਹਮ ਦੀ ਬੰਦਗੀ ਕਰਦਾ ਹੈ, ਅਸੀਂ ਮਾਲਕ ਦੇ ਚਰਨਾਂ 'ਚ ਅੱਜ ਜੁੜ ਬੈਠੇ ਹਾਂ। ਅੱਜ ਅਸੀਂ ਸਾਰੇ ਬ੍ਰਾਹਮਣ ਹਾਂ। ਬ੍ਰਾਹਮਣ ਨਾਮ ਕਿਸੇ ਜਾਤ ਪਾਤ ਦਾ ਨਹੀਂ, ਬ੍ਰਾਹਮਣ ਨਾਮ ਹੈ ਵਿਦਵਾਨ ਦਾ, ਬ੍ਰਾਹਮਣ ਨਾਮ ਹੈ ਬ੍ਰਹਮ ਦੀ ਬੰਦਗੀ ਕਰਨ ਵਾਲੇ ਦਾ। ਪੁੱਛੋ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ, ਪੁੱਛੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ।
ਤੇ ਜਦੋਂ ਮੇਰਾ ਸਿੱਖ ਹੱਥ ਵਿੱਚ ਸ਼ਮਸ਼ੀਰ ਲੈ ਕੇ ਜੰਗੇ ਮੈਦਾਨ ਜੂਝੇਗਾ, ਉਦੋਂ ਮੇਰਾ ਸਿੱਖ ਛਤਰੀ ਦੇ ਰੂਪ ਦੇ ਵਿੱਚ ਨਜ਼ਰ ਆਏਗਾ। ਜਦੋਂ ਹਲਦੀ ਜੰਗੀ ਪਕੜੇਗਾ, ਹਲਦੀ ਜੰਗੀ ਪਕੜ ਕੇ ਖੇਤੀ ਕਰੇਗਾ ਜਾਂ ਦੁਕਾਨਦਾਰੀਆਂ ਕਰੇਗਾ ਜਾਂ ਵਪਾਰ ਕਰੇਗਾ, ਉਦੋਂ ਮੇਰਾ ਸਿੱਖ ਜਿਹੜਾ ਉਹ ਵੈਸ ਦੇ ਰੂਪ ਦੇ ਵਿੱਚ ਵੀ ਦਿਖਾਈ ਦੇਗਾ। ਤੇ ਜਦੋਂ ਉਹ ਮੇਰਾ ਸਿੱਖ ਸੰਗਤਾਂ ਦੇ ਜੋੜੇ ਝਾੜੇਗਾ, ਆ ਦਿੱਲੀ ਦੇਖੋ ਸੰਗਤਾਂ ਕਿਵੇਂ ਜਾ ਕੇ ਰੋਡਾਂ 'ਤੇ ਝਾੜੂ ਮਾਰਨ ਡਈਆਂ, ਕਚਰਾ ਚੁੱਕਣ ਡਈਆਂ। ਜਦੋਂ ਉਹ ਸਿੱਖ ਮੇਰਾ ਗਰੀਬਾਂ ਦੀ ਸੇਵਾ 'ਚ ਲੱਗ ਜਾਏਗਾ, ਉਦੋਂ ਮੇਰਾ ਸਿੱਖ ਇੱਕ ਸ਼ੂਦਰ ਦੇ ਰੂਪ ਦੇ ਵਿੱਚ ਵੀ ਨਜ਼ਰ ਆਏਗਾ। ਏਕ ਪਿਤਾ ਏਕ ਸਿੱਖਿਆ ਮੁਬਾਰਕ ਤੂੰ ਮੇਰਾ ਗ੍ਰਹਾਈ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਐਸਾ ਰੰਗ ਭਰ ਦਿੱਤਾ ਕਿ ਇੱਕੇ ਸਿੱਖ ਦੇ ਵਿੱਚ ਚਾਰਾਂ ਗੁਣਾਂ ਦਾ ਸੁਮੇਲ ਕਰਕੇ ਰੱਖ ਦਿੱਤਾ। ਸੋ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ, ਚਾਰ ਵਰਨ ਇੱਕ ਵਰਨ ਕਰਾਇਆ। ਸੋ ਇੰਨੇ ਬਚਨ ਕਰਦੇ ਹੋਏ ਸਮਾਪਤੀ। ਅੰਤ ਵੇਲੇ ਮੈਂ ਆਪਣੇ ਪਿਆਰੀਆਂ ਸੰਗਤਾਂ ਨੂੰ, ਆਪਣੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਹੈ। ਵਾਹਿਗੁਰੂ ਜੀ, ਅੱਜ ਤੋਂ ਬਾਅਦ ਮੈਂ ਸ਼ਾਇਦ ਕੋਈ ਲਿੰਕ ਆਪ ਜੀ ਨੂੰ ਸੈਂਡ ਨਾ ਕਰ ਸਕਾਂ, ਕਿਉਂਕਿ ਵਟਸਐਪ 'ਤੇ ਸੈਂਡ ਕਰਨ ਲੱਗਿਆਂ 5 ਮੈਂਬਰ ਨੂੰ ਹੀ ਸੈਂਡ ਹੁੰਦਾ ਹੈ ਅਤੇ ਸਮਾਂ ਬਹੁਤ ਲੱਗਦਾ ਹੈ। ਓਨੀ ਮਿਹਨਤ ਸ਼ਾਇਦ ਵੀਡੀਓ ਬਣਾਉਣ ਲੱਗਿਆ ਨਾ ਆਵੇ ਜਿੰਨੀ ਇਹ ਸੈਂਡ ਕਰਨ ਵਾਸਤੇ ਆਉਂਦੀ ਹੈ। ਮੈਂ ਆਪ ਜੀ ਨੂੰ ਇਹ ਵੀ ਨਹੀਂ ਕਹਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਮੇਰਾ ਚੈਨਲ ਇਹ ਹੈ ਹੀ ਨਹੀਂ। ਇਹ ਚੈਨਲ ਹੈ ਆਪ ਜੀ ਦਾ, ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਗੱਲ ਹੁੰਦੀ ਹੈ। ਇਹ ਤਾਂ ਬਹੁਤ ਲੰਬੇ ਸਮੇਂ ਤੋਂ ਪਿਆਰ ਵਾਲੇ ਵੀਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਖਿਆ ਕਰਦੀਆਂ ਸਨ ਕਿ ਗਿਆਨੀ ਜੀ ਤੁਸੀਂ ਕਥਾ ਜਿਹੜੀ ਕਰਦੇ ਹੋ ਬੜੀ ਵਧੀਆ ਲੱਗਦੀ। ਅਤੇ ਮੈਂ ਕਈ ਵਾਰੀ ਆਖਦਾ ਹੁੰਦਾ, ਇਹ ਨਾ ਆਖਿਆ ਕਰੋ ਕਿਸੇ ਨੂੰ ਵੀ ਕਿ ਤੁਹਾਡੀ ਕਥਾ ਬੜੀ ਵਧੀਆ, ਕਿਉਂਕਿ ਕਥਾ ਵਧੀਆ ਜ਼ਰੂਰ ਹੈ, ਪਰ ਇਹ ਸਾਡੀ ਕਥਾ ਨਹੀਂ ਹੈ। ਸਭ ਤੋਂ ਉੱਤਮ ਹਰਿ ਕੀ ਕਥਾ, ਇਹ ਸਭ ਤੋਂ ਉੱਤਮ ਕਥਾ ਇਸ ਕਰਕੇ ਹੈ, ਇਹ ਹਰੀ ਦੀ ਪਰਮਾਤਮਾ ਦੇ ਨਾਮ ਦੀ ਕਥਾ ਹੈ। ਸੋ ਇਸ ਕਰਕੇ ਕਈ ਲੰਬੇ ਸਮੇਂ ਤੋਂ ਸੰਗਤਾਂ ਦੀਆਂ ਬੇਨਤੀਆਂ ਸਨ ਕਿ ਤੁਸੀਂ ਇਹਨੂੰ ਰਿਕਾਰਡ ਕਰਕੇ ਭੇਜਿਆ ਕਰੋ, ਜੋ ਸਤਿਗੁਰ ਨੇ ਆਪ ਵਿੱਚ ਵਰਤ ਕੇ ਗੁਰਮੁਖ ਪਿਆਰਿਓ ਉਪਰਾਲਾ ਕਰਾਇਆ ਹੈ। ਸੋ ਮੇਰੀ ਆਪ ਜੀ ਨੂੰ ਇਹੀ ਬੇਨਤੀ ਹੈ ਕਿ ਮੈਂ ਇਸ ਕਰਕੇ ਨਹੀਂ ਆਖਦਾ ਸਬਸਕ੍ਰਾਈਬ ਕਰੋ, ਕਿਉਂਕਿ ਚੈਨਲ ਮੇਰਾ ਨਹੀਂ, ਚੈਨਲ ਆਪ ਜੀ ਦਾ ਹੈ। ਚੈਨਲ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਹੈ। ਚੈਨਲ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਵੰਡਣ ਦਾ ਹੈ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸੋ ਅੱਜ ਮੇਰੀ ਆਪ ਜੀ ਨੂੰ ਬੇਨਤੀ ਹੈ, ਜੋ ਵੀਰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਲੈਣਾ ਚਾਹੁੰਦੇ ਹਨ, ਜੋ ਗੁਰੂ ਰਾਮਦਾਸ ਪਾਤਸ਼ਾਹ ਦੀ ਖੁਸ਼ੀ ਲੈਣਾ ਚਾਹੁੰਦੇ ਹਨ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਦਬਾ ਦਿਓ, ਕਿਉਂਕਿ ਜੋ ਵੀ ਮੈਂ ਵੀਡੀਓ, ਜੋ ਵੀ ਕਥਾ ਵਿਚਾਰ, ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆਪ ਜੀ ਤੱਕ ਉਹ ਪਹੁੰਚ ਸਕੇ। ਇਸ ਕਰਕੇ ਮੇਰੀ ਬੇਨਤੀ ਇੰਨੀ ਕੁ ਸਵੀਕਾਰ ਕਰ ਲਿਓ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਜਿੰਨੀ ਤੁਸੀਂ ਅਗਾਂਹ ਸ਼ੇਅਰ ਕਰੋਗੇ ਉਹਦਾ ਲਾਭ ਮੈਨੂੰ ਨਹੀਂ, ਉਹਦਾ ਲਾਭ ਤੁਹਾਨੂੰ ਹੈ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਤੁਸੀਂ ਸਿਰਫ ਇੱਕ ਵਾਰੀ ਬਟਨ ਦਬਾਓਗੇ, ਅਗਾਂਹ ਸੈਂਡ ਕਰੋਗੇ, ਅਗਾਂਹ ਜਾਏਗੀ। ਉਹ ਇੱਕ ਵਾਰ ਵਾਹਿਗੁਰੂ ਵੀ ਆਖਣਗੇ, ਜਿਵੇਂ ਇੱਕ ਬੀਮੇ ਕਰਨ ਵਾਲੇ ਨੂੰ ਜਿੰਨੀਆਂ ਤੁਸੀਂ ਕਿਸ਼ਤਾਂ ਭਰਦੇ ਉਹਦਾ ਸ਼ੇਅਰ, ਉਹਦਾ ਹਿੱਸਾ ਉਹਦੇ ਅਕਾਊਂਟ 'ਚ ਆਉਂਦਾ, ਇਵੇਂ ਜਿੰਨੀ ਵਾਰ ਕੋਈ ਨਾਮ ਜਪੇਗਾ ਜਾਂ ਅਗਾਂਹ ਹੋਰਨਾਂ ਨੂੰ ਜਪਾਵੇਗਾ, ਉਹਦਾ ਲਾਭ ਤੁਹਾਡੇ ਤੱਕ ਗੁਰਮੁਖ ਪਿਆਰਿਓ ਆਟੋਮੈਟਿਕ ਹੀ ਪਹੁੰਚਣਾ ਹੈ। ਸੋ ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।